प्यारे विद्यार्थियों, ਅੱਜ ਸਾਡੀ ਚਰਚਾ ਦਾ ਵਿਸ਼ਾ ਰਹੇਗਾ ਫਸਲ ਉਤਪਾਦਨ ਅਤੇ ਪ੍ਰਬੰਧਨ ਯਾਨੀ ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ। ਸ਼ੁਰੂ ਵਿੱਚ ਮਨੁੱਖ ਖਾਨਾ ਬਦੋਸ਼ ਜ਼ਿੰਦਗੀ ਜਿਉਂਦਾ ਹੁੰਦਾ ਸੀ, ਭਾਵ ਉਹ ਇੱਕ ਥਾਂ ਤੇ ਟਿਕ ਕੇ ਨਹੀਂ ਸੀ ਰਹਿੰਦਾ। ਉਹ ਸ਼ਿਕਾਰ ਦੀ ਭਾਲ ਵਿੱਚ ਕਦੇ ਕਿਤੇ ਜਾਂਦਾ ਰਹਿੰਦਾ ਸੀ। ਫਿਰ ਹੌਲੀ ਮਨੁੱਖ ਨੇ ਫਸਲਾਂ ਬੀਜੀਆਂ ਤਾਂ ਉਹ ਇੱਕ ਥਾਂ ਤੇ ਟਿਕ ਕੇ ਰਹਿਣ ਲੱਗਾ, ਜਿਸ ਨਾਲ ਮਨੁੱਖੀ ਸਭਿਅਤਾ ਦੀ ਸ਼ੁਰੂਆਤ ਹੋਈ। ਗੱਲ ਆਉਂਦੀ ਹੈ ਕਿ ਫਸਲ ਕੀ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਇੱਕੋ ਤਰ੍ਹਾਂ ਦੇ ਬਹੁਤ ਸਾਰੇ ਪੌਦੇ ਜਦੋਂ ਇੱਕ ਥਾਂ ਤੇ ਬੀਜੇ ਜਾਂਦੇ ਨੇ ਤਾਂ ਉਹਨਾਂ ਨੂੰ ਫਸਲ ਕਿਹਾ ਜਾਂਦਾ ਹੈ। ਫਸਲ ਕਈ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੈ ਸੀਰੀਅਲਸ, ਜਿਸ ਦੇ ਵਿੱਚ ਅਨਾਜ ਅਤੇ ਦਾਲਾਂ ਆਉਂਦੀਆਂ ਨੇ। ਫਿਰ ਹੈ ਸਬਜ਼ੀਆਂ, ਇਸੇ ਤਰ੍ਹਾਂ ਫਲ, ਭਾਵ ਅਨਾਜ, ਦਾਲਾਂ, ਸਬਜ਼ੀਆਂ ਅਤੇ ਫਲ ਵਿਭਿੰਨ ਤਰ੍ਹਾਂ ਦੀਆਂ ਫਸਲਾਂ ਨੇ। ਇਹਨਾਂ ਫਸਲਾਂ ਨੂੰ ਮੌਸਮ ਦੇ ਆਧਾਰ ਤੇ ਅਸੀਂ ਦੋ ਵਰਗਾਂ ਦੇ ਵਿੱਚ ਵਰਗੀਕ੍ਰਿਤ ਕਰ ਸਕਦੇ ਹਾਂ, ਰਬੀ ਅਤੇ ਖਰੀਫ ਦੀਆਂ ਫਸਲਾਂ। ਪਿਆਰੇ ਵਿਦਿਆਰਥੀਓ, ਹਾਲਾਂਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਇਹਨਾਂ ਨੂੰ ਰਬੀ ਅਤੇ ਖਰੀਫ ਦੀਆਂ ਫਸਲਾਂ ਕਿਹਾ ਗਿਆ, ਪਰ ਪੰਜਾਬ ਵਿੱਚ ਅਸੀਂ ਦੇਖਿਆ ਕਿ ਬਹੁਤੀ ਥਾਈਂ ਇਹਨਾਂ ਨੂੰ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਕਹਿੰਦੇ ਨੇ। ਅਸੀਂ ਇਹ ਵੀ ਦੇਖਿਆ ਕਿ ਕਈ ਵਿਦਿਆਰਥੀ ਪੇਪਰਾਂ ਦੇ ਵਿੱਚ ਇਸ ਗੱਲ ਨੂੰ ਕਨਫਿਊਜ਼ ਕਰ ਜਾਂਦੇ ਨੇ ਕਿ ਰਬੀ ਹਾੜੀ ਹੋਏਗੀ ਜਾਂ ਸਾਉਣੀ, ਖਰੀਫ ਸਾਉਣੀ ਹੋਏਗੀ ਜਾਂ ਹਾੜੀ। ਇਸ ਦੇ ਲਈ, ਇਸ ਨੂੰ ਯਾਦ ਰੱਖਣ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਨਿਮੋਨਿਕ ਡਿਵਾਈਸ ਸ਼ੇਅਰ ਕਰ ਰਹੇ ਹਾਂ, ਜਿਹੜੀ ਕਿ ਤੁਹਾਡੇ ਵਰਗੇ ਵਿਦਿਆਰਥੀਆਂ ਨੇ ਹੀ ਦਿੱਤੀ ਹੈ। ਰਬੀ ਰਾਰੇ ਨਾਲ ਲਿਖਿਆ ਜਾਂਦਾ, ਹਾੜੀ ਹਾਹੇ ਨਾਲ ਲਿਖਿਆ ਜਾਂਦਾ। ਜੇਕਰ ਤੁਸੀਂ ਰਾਰਾ ਅਤੇ ਹਾਹਾ ਦੇਖੋ ਤਾਂ ਇਹਨਾਂ ਦੇ ਸਟਰਕਚਰ ਨੂੰ ਦੇਖ ਕੇ ਕਹਿ ਸਕਦੇ ਹੋ ਕਿ ਰਾਰਾ ਅਤੇ ਹਾਹਾ ਇੱਕ ਦੂਜੇ ਨਾਲ ਕਾਫੀ ਜ਼ਿਆਦਾ ਮਿਲਦੇ ਜੁਲਦੇ ਨੇ। ਤਾਂ ਯਾਦ ਰੱਖੋ, ਰਾਰਾ ਹਾਹਾ, ਰਾਰੇ ਤੇ ਰਬੀ, ਹਾਹੇ ਤੇ ਹਾੜੀ। ਤਾਂ ਰਬੀ ਦੀਆਂ ਫਸਲਾਂ ਹਾੜੀ ਦੀਆਂ ਫਸਲਾਂ ਹੋਣਗੀਆਂ। ਇੱਕ ਹੋਰ ਨਿਮੋਨਿਕ ਡਿਵਾਈਸ, ਰਾਰਾ ਬੱਬਾ ਰਬੀ ਦੇ ਵਿੱਚ 2 ਅੱਖਰ ਨੇ, ਹਾੜੀ ਦੇ ਵਿੱਚ ਹਾਹਾ ਤੇ ਰਾੜਾ 2 ਅੱਖਰ ਨੇ। ਇਸੇ ਤਰ੍ਹਾਂ ਖਰੀਫ ਦੇ ਵਿੱਚ ਖੱਖਾ, ਰਾਰਾ ਔਰ ਫੱਫਾ 3 ਅੱਖਰ ਨੇ। ਸਾਉਣੀ ਦੇ ਵਿੱਚ ਸੱਸਾ, ਊੜਾ ਤੇ ਨੈਣਾ 3 ਅੱਖਰ ਨੇ। 2 ਅੱਖਰ ਹਾੜੀ 'ਚ, 2 ਅੱਖਰ ਰਬੀ 'ਚ। ਤਾਂ ਰਬੀ ਦੀਆਂ ਫਸਲਾਂ ਹਾੜੀ ਦੀਆਂ ਫਸਲਾਂ ਹੋਈਆਂ। 3 ਅੱਖਰ ਖਰੀਫ ਦੇ ਵਿੱਚ, 3 ਅੱਖਰ ਸਾਉਣੀ ਦੇ ਵਿੱਚ। ਤਾਂ ਖਰੀਫ ਦੀਆਂ ਫਸਲਾਂ ਸਾਉਣੀ ਦੀਆਂ ਫਸਲਾਂ ਹੋਈਆਂ। ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਹਾੜੀ ਦੀਆਂ ਫਸਲਾਂ ਨੂੰ ਰਬੀ ਦੀਆਂ ਫਸਲਾਂ ਕਹਿੰਦੇ ਨੇ, ਤਾਂ ਤੁਸੀਂ ਰਬੀ ਦੀਆਂ ਫਸਲਾਂ ਦੀਆਂ ਉਦਾਹਰਨਾਂ ਆਪਣੇ ਆਮ ਗਿਆਨ ਦੇ ਰਾਹੀਂ ਆਰਾਮ ਨਾਲ ਦੇ ਸਕਦੇ ਹੋ। ਉਹ ਫਸਲਾਂ ਜਿਹੜੀਆਂ ਹਾੜ ਦੇ ਮਹੀਨੇ ਯਾਨੀ ਕਿ ਗਰਮੀਆਂ ਦੇ ਵਿੱਚ ਕੱਟੀਆਂ ਜਾਂਦੀਆਂ ਨੇ, ਉਹਨਾਂ ਨੂੰ ਹਾੜੀ ਦੀਆਂ ਫਸਲਾਂ ਜਾਂ ਰਬੀ ਦੀਆਂ ਫਸਲਾਂ ਕਹਿੰਦੇ ਨੇ, ਜਿਵੇਂ ਕਿ ਕਣਕ, ਛੋਲੇ, ਮਟਰ, ਸਰੋਂ ਆਦਿ। ਖਰੀਫ 3 ਅੱਖਰਾਂ ਦਾ, ਸਾਉਣੀ 3 ਅੱਖਰਾਂ ਦੀ। ਤਾਂ ਖਰੀਫ ਦੀਆਂ ਫਸਲਾਂ ਉਹ ਫਸਲਾਂ ਹੋਈਆਂ ਜਿਹੜੀਆਂ ਸਾਉਣ ਦੇ ਮਹੀਨੇ ਯਾਨੀ ਕਿ ਠੰਡੇ ਮਹੀਨਿਆਂ ਦੇ ਵਿੱਚ, ਸਰਦੀ ਦੇ ਮੌਸਮ ਦੇ ਵਿੱਚ ਕੱਟੀਆਂ ਜਾਂਦੀਆਂ ਨੇ, ਜਿਵੇਂ ਕਿ ਜੀਰੀ ਯਾਨੀ ਚੌਲ, ਮੱਕੀ, ਮੂੰਗਫਲੀ, ਕਪਾਹ ਆਦਿ। ਹੁਣ ਗੱਲ ਕਰਦੇ ਹਾਂ ਫਸਲਾਂ ਨੂੰ ਉਗਾਉਣ ਦੇ ਲਈ ਵਰਤੀਆਂ ਜਾਣ ਵਾਲੀਆਂ ਵਿਭਿੰਨ ਵਿਧੀਆਂ ਦੀ। ਜਦੋਂ ਵੀ ਕੋਈ ਕਿਸਾਨ ਫਸਲਾਂ ਨੂੰ ਖੇਤਾਂ ਦੇ ਵਿੱਚ ਬੀਜਦਾ ਹੈ ਤਾਂ ਸ਼ੁਰੂ ਤੋਂ ਲੈ ਕੇ ਫਸਲ ਦੇ ਆਖਰ ਪੜਾਅ ਤੱਕ, ਜਿਸ ਬਾਰੇ ਗੱਲ ਬਾਅਦ 'ਚ ਕਰਾਂਗੇ, ਉਹ ਵਿਭਿੰਨ ਕੰਮ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਫਸਲ ਉਤਪਾਦਨ ਦੀਆਂ ਵਿਭਿੰਨ ਵਿਧੀਆਂ ਦੇ ਨਾਂ ਨਾਲ ਜਾਣਦੇ ਹਾਂ। ਸਭ ਤੋਂ ਪਹਿਲੀ ਵਿਧੀ ਹੈ ਖੇਤ ਜਾਂ ਭੂਮੀ ਦੀ ਤਿਆਰੀ ਯਾਨੀ ਪ੍ਰੈਪਰੇਸ਼ਨ ਆਫ ਸੋਇਲ। ਫਸਲ ਬੀਜਣ ਦੇ ਲਈ ਸਭ ਤੋਂ ਪਹਿਲਾਂ ਭੂਮੀ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਕੰਮ ਲਈ ਆਮ ਤੌਰ ਤੇ ਸਭ ਤੋਂ ਪਹਿਲਾਂ ਹਲ ਚਲਾ ਕੇ ਮਿੱਟੀ ਨੂੰ ਉਲਟਾਇਆ ਪਲਟਾਇਆ ਜਾਂਦਾ ਹੈ। ਉਲਟਾਉਣ ਪਲਟਾਉਣ ਨਾਲ ਮਿੱਟੀ ਦੀ ਉੱਪਰਲੀ ਤਹਿ ਹੇਠਲੀ ਤਹਿ ਨਾਲ ਮਿਲ ਜਾਂਦੀ ਹੈ, ਜਿਸ ਨਾਲ ਮਿੱਟੀ ਦੇ ਪੋਸ਼ਕ ਤੱਤਾਂ ਦਾ ਚੱਕਰਨ ਯਾਨੀ ਕਿ ਸਾਈਕਲ ਬਣ ਜਾਂਦਾ ਹੈ ਤੇ ਮਿੱਟੀ ਪਹਿਲਾਂ ਨਾਲੋਂ ਕੁਝ ਵਧੇਰੇ ਉਪਜਾਊ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਲ ਚਲਾਉਣ ਨਾਲ ਮਿੱਟੀ ਹਵਾਦਾਰ ਹੋ ਜਾਂਦੀ ਹੈ। ਹਵਾਦਾਰ ਮਿੱਟੀ ਪੌਦਿਆਂ ਦੀਆਂ ਜੜ੍ਹਾਂ ਨੂੰ ਸਾਹ ਲੈਣ ਲਈ ਲੋੜੀਂਦੀ ਹਵਾ ਦਿੰਦੀ ਹੈ। ਇਸ ਤੋਂ ਇਲਾਵਾ ਇਹ ਪੋਲੀ ਅਤੇ ਹਵਾਦਾਰ ਮਿੱਟੀ ਪੌਦਿਆਂ ਦੇ ਮਿੱਤਰ ਕੀੜਿਆਂ, ਸੂਖਮ ਜੀਵਾਂ, ਗੰਡੋਇਆਂ ਆਦਿ ਦਾ ਵਾਧਾ ਕਰਦੀ ਹੈ। ਇਸ ਤਰ੍ਹਾਂ ਹਲ ਵਾਹੁਣ ਨਾਲ ਮਿੱਟੀ ਪੌਦਿਆਂ ਦੇ ਬੀਜਣ ਲਈ ਤਿਆਰ ਹੋ ਜਾਂਦੀ ਹੈ।
ਮਿੱਟੀ ਦੀ ਤਿਆਰੀ ਦੇ ਵਿੱਚ ਦੂਜਾ ਸਬ ਸਟੈਪ ਹੈ ਮਿੱਟੀ ਨੂੰ ਪੱਧਰਾ ਕਰਨਾ। ਹਲ ਚਲਾਉਣ ਨਾਲ ਮਿੱਟੀ ਪੋਲੀ ਤਾਂ ਹੋ ਜਾਂਦੀ ਹੈ, ਪਰ ਇਸ ਨਾਲ ਅਕਸਰ ਮਿੱਟੀ ਦੇ ਵੱਡੇ ਵੱਡੇ ਢੇਲੇ ਯਾਨੀ ਕਿ ਡਲੇ ਜਿਹੇ ਬਣ ਜਾਂਦੇ ਨੇ। ਇਹਨਾਂ ਨੂੰ ਤੋੜਨ ਦੇ ਲਈ ਖੇਤ ਵਿੱਚ ਆਮ ਤੌਰ ਤੇ ਲੱਕੜੀ ਜਾਂ ਲੋਹੇ ਦਾ ਇੱਕ ਵੱਡਾ ਫੱਟਾ ਚਲਾਇਆ ਜਾਂਦਾ। ਇਹ ਫੱਟਾ ਫੇਰਨ ਨਾਲ ਮਿੱਟੀ ਸਮਤਲ ਹੋ ਜਾਂਦੀ ਹੈ, ਜਿਸ ਨਾਲ ਬਾਅਦ ਦੇ ਵਿੱਚ ਪਾਣੀ ਖੇਤ ਨੂੰ ਵਧੀਆ ਲੱਗਦਾ। ਤੇ ਦੂਸਰਾ, ਮਿੱਟੀ ਦੇ ਵੱਡੇ ਵੱਡੇ ਡਲੇ ਜੋ ਕਿ ਹਲ ਚਲਾਉਣ ਦੇ ਨਾਲ ਬਣੇ ਸੀ ਉਹ ਟੁੱਟ ਜਾਂਦੇ ਨੇ। ਖੇਤ ਦੀ ਤਿਆਰੀ ਯਾਨੀ ਭੂਮੀ ਦੀ ਤਿਆਰੀ ਪਹਿਲਾ ਚਰਨ, ਉਸ ਤੋਂ ਬਾਅਦ ਦੂਜਾ ਚਰਨ ਆ ਜਾਂਦਾ ਬਿਜਾਈ ਦਾ। ਜਦੋਂ ਖੇਤ ਤਿਆਰ ਹੋ ਜਾਂਦਾ ਤਾਂ ਫਸਲ ਦੀ ਬਿਜਾਈ ਕੀਤੀ ਜਾਂਦੀ ਹੈ। ਕੁਝ ਫਸਲਾਂ ਬੀਜਾਂ ਦੇ ਨਾਲ ਬੀਜੀਆਂ ਜਾਂਦੀਆਂ ਨੇ, ਜਿਵੇਂ ਕਿ ਕਣਕ, ਜਵਾਰ, ਬਾਜਰਾ, ਜਦ ਕਿ ਕੁਝ ਦੂਜੀਆਂ ਫਸਲਾਂ ਦੀ ਪਨੀਰੀ ਲਾਈ। ਪਨੀਰੀ ਜਿਵੇਂ ਕਿ ਜੀਰੀ ਦੀ, ਮਿਰਚਾਂ ਦੀ, ਬੈਂਗਣ ਦੀ, ਟਮਾਟਰ ਦੀ, ਇਹਨਾਂ ਪੌਦਿਆਂ ਦੀ ਪਨੀਰੀ ਲਾਈ ਜਾਂਦੀ ਹੈ। ਪਨੀਰੀ ਲਾਉਣ ਲਈ ਅਸੀਂ ਜਾਣਦੇ ਹਾਂ ਕਿ ਪਹਿਲਾਂ ਇਹਨਾਂ ਬੀਜਾਂ ਨੂੰ ਬਹੁਤ ਸੰਘਣੇ ਇੱਕ ਛੋਟੀ ਕਿਆਰੀ ਦੇ ਵਿੱਚ ਬੀਜ ਦਿੱਤਾ ਜਾਂਦਾ, ਤੇ ਕੁਝ ਦਿਨਾਂ ਤੋਂ ਬਾਅਦ ਜਦੋਂ ਇਹਨਾਂ ਦੇ ਪੌਦੇ ਛੋਟੇ ਛੋਟੇ ਤਿਆਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਪੱਟ ਕੇ ਗੁੱਛੀਆਂ ਬਣਾ ਲਈਆਂ ਜਾਂਦੀਆਂ ਨੇ, ਤੇ ਉਹਨਾਂ ਗੁੱਛੀਆਂ ਦੇ ਵਿੱਚੋਂ ਪੌਦਿਆਂ ਨੂੰ ਫਿਰ ਉਚਿਤ ਦੂਰੀ ਦੇ ਉੱਤੇ ਖੇਤ ਦੇ ਵਿੱਚ ਬੀਜ ਦਿੱਤਾ ਜਾਂਦਾ। ਤੀਜਾ ਚਰਨ ਆ ਜਾਂਦਾ ਖਾਦਾਂ ਪਾਉਣ ਦਾ। ਖਾਦਾਂ ਜਾਂ ਰੇਹਾਂ ਪਾਉਣਾ, ਯਾਨੀ ਐਡਿੰਗ ਮੈਨਿਓਰਸ ਐਂਡ ਫਰਟੀਲਾਈਜ਼ਰਸ। ਫਸਲਾਂ ਵਾਰ-ਵਾਰ ਬੀਜਣ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਜਿਸ ਨਾਲ ਫਸਲਾਂ ਵਧੀਆ ਨਹੀਂ ਹੋਣਗੀਆਂ। ਫਸਲਾਂ ਨੂੰ ਪੂਰੀ ਖੁਰਾਕ ਮਿਲੇ, ਫਸਲਾਂ ਵਧੀਆ ਹੋਣ, ਇਸ ਲਈ ਮਿੱਟੀ ਦੇ ਵਿੱਚ ਰੇਹਾਂ ਜਾਂ ਖਾਦਾਂ ਵੀ ਪਾਈਆਂ ਜਾਂਦੀਆਂ ਨੇ। ਅਗਲਾ ਚਰਨ ਆ ਜਾਂਦਾ ਸਿੰਚਾਈ ਦਾ ਜਾਂ ਪਾਣੀ ਲਗਾਉਣਾ। ਪਾਣੀ ਫਸਲਾਂ ਨੂੰ ਮਨੁੱਖ ਤੇ ਜੰਤੂਆਂ ਦੇ ਵਾਂਗ ਜ਼ਰੂਰੀ ਹੁੰਦਾ, ਤੇ ਇਸ ਲਈ ਫਸਲਾਂ ਨੂੰ ਸਿੰਚਾਈ ਵੀ ਕੀਤੀ ਜਾਂਦੀ ਹੈ। ਤੇ ਉਸ ਤੋਂ ਅਗਲਾ ਪੜਾਅ ਆ ਜਾਂਦਾ ਹੈ ਨਦੀਨਾਂ ਤੋਂ ਸੁਰੱਖਿਆ। ਪਾਣੀ ਦੇਣ ਤੋਂ ਬਾਅਦ ਖੇਤਾਂ ਦੇ ਵਿੱਚ ਆਮ ਤੌਰ ਤੇ ਨਦੀਨ ਉਗਾਉਂਦੇ ਨੇ, ਇਹਨਾਂ ਨੂੰ ਹਟਾਉਣਾ ਨਦੀਨਾਂ ਦੀ ਸੁਰੱਖਿਆ ਅਖਵਾਉਂਦਾ ਹੈ। ਅਗਲਾ ਚਰਨ ਹੁੰਦਾ ਹੈ ਫਸਲ ਦੀ ਵਾਢੀ ਯਾਨੀ ਕਿ ਹਾਰਵੈਸਟਿੰਗ। ਵੱਢੀ ਹੋਈ ਫਸਲ ਦੇ ਵਿੱਚੋਂ ਜਦੋਂ ਅਸੀਂ ਦਾਣੇ ਅਲੱਗ ਕਰ ਲੈਂਦੇ ਹਾਂ ਤਾਂ ਆਖਰੀ ਚਰਨ ਖੇਤੀ ਪੱਧਤੀਆਂ ਦਾ ਆ ਜਾਂਦਾ 7ਵਾਂ ਚਰਨ, ਭੰਡਾਰਨ ਯਾਨੀ ਸਟੋਰੇਜ। ਹੁਣ ਜੇ ਅਸੀਂ ਪਹਿਲੇ ਚਰਨ ਦੀ ਦੁਬਾਰਾ ਗੱਲ ਕਰੀਏ, ਖੇਤ ਜਾਂ ਭੂਮੀ ਦੀ ਤਿਆਰੀ, ਉਹ ਅਸੀਂ ਗੱਲ ਕਰ ਚੁੱਕੇ ਹਾਂ ਕਿ ਸਭ ਤੋਂ ਪਹਿਲਾਂ ਹਲ ਚਲਾਇਆ ਜਾਂਦਾ। ਹਲ ਚਲਾਉਣ ਨਾਲ ਮਿੱਟੀ ਪੋਲੀ ਅਤੇ ਹਵਾਦਾਰ ਹੋ ਜਾਂਦੀ ਹੈ, ਜੋ ਕਿ ਪੌਦਿਆਂ ਦੇ ਲਈ ਵਧੀਆ ਰਹਿੰਦੀ ਹੈ। ਪਰ ਇਸ ਤਰ੍ਹਾਂ ਬਣੇ ਹੋਏ ਵੱਡੇ ਡਲਿਆਂ ਨੂੰ ਤੋੜਨ ਦੇ ਲਈ ਸੁਹਾਗਾ ਚਲਾਇਆ ਜਾਂਦਾ। ਦੂਜਾ ਪੜਾਅ ਅਸੀਂ ਗਿਣਿਆ ਸੀ ਬਿਜਾਈ ਦਾ, ਜਿਸ ਦੇ ਵਿੱਚ ਫਸਲ ਬੀਜੀ ਜਾਂਦੀ ਹੈ। ਅਸੀਂ ਗੱਲ ਕਰੀ ਹੈ ਕਿ ਕੁਝ ਫਸਲਾਂ ਦੇ ਬੀਜ ਬੀਜੇ ਜਾਂਦੇ ਨੇ, ਜਦ ਕਿ ਕੁਝ ਫਸਲਾਂ ਦੀ ਪਨੀਰੀ ਲਾਈ ਜਾਂਦੀ ਹੈ। ਬੀਜ ਬੀਜਣੇ ਹੋਣ ਜਾਂ ਪਨੀਰੀ ਲਾਉਣੀ ਹੋਵੇ, ਇਹ ਬਿਜਾਈ ਅਖਵਾਉਂਦਾ ਹੈ। ਇਸ ਤੋਂ ਬਾਅਦ ਫਸਲਾਂ ਨੂੰ ਲੋੜੀਂਦੀ ਖੁਰਾਕ ਦੇਣ ਦੇ ਲਈ ਖੇਤਾਂ ਦੇ ਵਿੱਚ ਰੇਹਾਂ ਜਾਂ ਖਾਦਾਂ ਪਾਉਣ ਦਾ ਕੰਮ। ਰੇਹ ਨੂੰ ਅਸੀਂ ਰਸਾਇਣਿਕ ਖਾਦ ਕਹਿੰਦੇ ਹਾਂ। ਦੂਜੀ ਖਾਦ ਦੇਸੀ ਖਾਦ, ਬਨਾਵਟੀ ਖਾਦ ਜਾਂ ਰੂੜੀ ਖਾਦ ਹੁੰਦੀ ਹੈ। ਜਿਹੜੀ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਆਉਂਦੇ ਹੋ, ਯੂਰੀਆ ਕਹਿੰਦੇ ਹੋ, ਡਾਇਆ ਕਹਿੰਦੇ ਹੋ, ਪੋਟਾਸ਼ ਕਹਿੰਦੇ ਹੋ, ਜਾਂ ਤੁਸੀਂ ਕਈ ਵਾਰੀ ਜ਼ਿੰਕ ਵੀ ਕਹਿੰਦੇ ਹੋ, ਜੋ ਕਿ ਕਣਕਾਂ 'ਚ ਪਾਉਂਦੇ, ਹਾਲਾਂਕਿ ਉਹ ਜ਼ਿੰਕ ਸਲਫੇਟ ਹੁੰਦੀ ਹੈ। ਇਹ ਸਾਰੀਆਂ ਰੇਹਾਂ ਜਾਂ ਰਸਾਇਣਿਕ ਖਾਦਾਂ ਦੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ। ਦੂਸਰੀਆਂ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰਦੇ ਹਾਂ, ਆਮ ਲੋਕਲ ਲੈਵਲ 'ਤੇ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ, ਇਹਨਾਂ ਨੂੰ ਅਸੀਂ ਦੇਸੀ ਖਾਦ, ਰੂੜੀ ਖਾਦ ਜਾਂ ਆਮ ਖਾਦ ਕਹਿ ਦਿੰਦੇ ਹਾਂ। ਜੇ ਅਸੀਂ ਇਹਨਾਂ ਦੇ ਵਿੱਚ ਅੰਤਰ ਦੀ ਗੱਲ ਕਰੀਏ ਤਾਂ ਰਸਾਇਣਿਕ ਖਾਦ ਧਰਤੀ ਨੂੰ ਉੱਦਾਂ ਹੀ ਲੱਗਦੀ ਹੈ ਜਿਸ ਤਰ੍ਹਾਂ ਕਿ ਅੰਗਰੇਜ਼ੀ ਦਵਾਈ, ਐਲੋਪੈਥਿਕ ਡਰੱਗ ਮਨੁੱਖ ਦੇ ਸਰੀਰ ਨੂੰ ਹੋਵੇ। ਦੇਸੀ ਖਾਦ, ਰੂੜੀ ਖਾਦ ਜਾਂ ਆਮ ਖਾਦ ਮਿੱਟੀ ਦੇ ਲਈ ਉੱਦਾਂ ਦੀ ਉਹ ਹੁੰਦੀ ਹੈ ਜਿੱਦਾਂ ਕਿ ਮਨੁੱਖੀ ਸਰੀਰ ਲਈ ਦੇਸੀ ਦਵਾਈ ਹੋਵੇ। ਪਿਆਰੇ ਵਿਦਿਆਰਥੀਓ, ਅਸੀਂ ਇਹ ਗੱਲ ਤੁਹਾਨੂੰ ਤਾਂ ਦੱਸ ਰਹੇ ਹਾਂ ਕਿਉਂਕਿ ਜੇ ਤੁਸੀਂ ਮਨੁੱਖੀ ਸਰੀਰ ਲਈ ਦੇਸੀ ਔਰ ਅੰਗਰੇਜ਼ੀ ਦਵਾਈ ਦਾ ਅੰਤਰ ਸਮਝਦੇ ਹੋ ਤਾਂ ਤੁਸੀਂ ਉਸੇ ਗਿਆਨ ਦੀ ਸਹਾਇਤਾ ਦੇ ਨਾਲ ਰਸਾਇਣਿਕ ਖਾਦ ਤੇ ਦੇਸੀ ਖਾਦ ਦੇ ਵਿੱਚ ਅੰਤਰ ਯਾਦ ਕਰ ਸਕਦੇ ਹੋ। ਕਿਵੇਂ? ਆਓ ਦੇਖੀਏ। ਰਸਾਇਣਿਕ ਖਾਦ ਫੈਕਟਰੀਆਂ ਦੇ ਵਿੱਚ ਤਿਆਰ ਹੁੰਦੀ ਹੈ, ਜਦ ਕਿ ਦੇਸੀ ਜਾਂ ਰੂੜੀ ਖਾਦ ਘਰਾਂ ਦੇ ਪਿਛਵਾੜੇ, ਕਿਸੇ ਖਾਲੀ ਥਾਂ ਜਾਂ ਖੇਤ ਦੇ ਕਿਸੇ ਕੋਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ। ਰਸਾਇਣਿਕ ਖਾਦ ਅੰਗਰੇਜ਼ੀ ਦਵਾਈਆਂ ਦੇ ਵਾਂਗ ਮਹਿੰਗੀ ਹੁੰਦੀ ਹੈ, ਜਦ ਕਿ ਰੂੜੀ ਖਾਦ ਦੇਸੀ ਦਵਾਈਆਂ ਦੀ ਤਰ੍ਹਾਂ ਸਸਤੀ ਹੁੰਦੀ ਹੈ।
ਰਸਾਇਣਿਕ ਖਾਦ ਛੇਤੀ ਅਸਰ ਕਰਦੀ ਹੈ, ਜਿਸ ਤਰ੍ਹਾਂ ਕਿ ਅੰਗਰੇਜ਼ੀ ਦਵਾਈਆਂ ਸਾਡੇ ਸਰੀਰ 'ਤੇ ਛੇਤੀ ਅਸਰ ਕਰਦੀਆਂ ਨੇ, ਜਦ ਕਿ ਰੂੜੀ ਖਾਦ ਹੌਲੀ ਹੌਲੀ ਅਸਰ ਕਰਦੀ ਹੈ। ਦੇਸੀ ਦਵਾਈਆਂ ਵੀ ਥੋੜ੍ਹਾ ਹੌਲੀ ਅਸਰ ਕਰਦੀਆਂ ਨੇ। ਰਸਾਇਣਿਕ ਖਾਦਾਂ ਪਾਣੀ ਸੋਖ ਕੇ ਪਈਆਂ ਖਰਾਬ ਹੋ ਜਾਂਦੀਆਂ ਨੇ, ਜਦ ਕਿ ਰੂੜੀ ਖਾਦ ਦੇ ਵਿੱਚ ਪਾਣੀ ਸੋਖ ਕੇ ਖਰਾਬ ਹੋਣ ਵਾਲੀ ਇੱਦਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਦਵਾਈਆਂ ਜੇ ਜ਼ਿਆਦਾ ਦੇਰ ਲੰਬੇ ਸਮੇਂ ਤੱਕ ਖਾਂਦੇ ਹਾਂ ਤਾਂ ਸਰੀਰ ਦੇ ਉੱਤੇ ਸਾਈਡ ਇਫੈਕਟ ਮਾੜੇ ਅਸਰ ਪੈਂਦੇ ਨੇ, ਰਸਾਇਣਿਕ ਖਾਦਾਂ ਦੀ ਲੰਬੇ ਸਮੇਂ ਤੱਕ ਕੀਤੀ ਹੋਈ ਵਰਤੋਂ ਮਿੱਟੀ ਲਈ, ਪਾਣੀ ਲਈ, ਇੱਥੋਂ ਤੱਕ ਕਿ ਫਸਲ ਉਤਪਾਦ ਲਈ ਵੀ ਨੁਕਸਾਨਦਾਇਕ ਹੁੰਦੀ ਹੈ, ਕਿਉਂਕਿ ਰਸਾਇਣਿਕ ਖਾਦਾਂ ਮਿੱਟੀ ਦੀ ਰਸਾਇਣਿਕ ਸੰਰਚਨਾ ਬਦਲ ਕੇ ਲੰਬੇ ਸਮੇਂ ਤੱਕ ਵਰਤੋਂ ਹੋਣ ਤੋਂ ਬਾਅਦ ਉਲਟਾ ਮਿੱਟੀ ਦੇ ਸਿਹਤ ਦੇ ਉੱਤੇ ਮਾੜਾ ਅਸਰ ਪਾਉਂਦੀਆਂ ਨੇ, ਜਦ ਕਿ ਰੂੜੀ ਖਾਦ ਜਾਂ ਦੇਸੀ ਖਾਦ ਅਜਿਹਾ ਕੁਝ ਨਹੀਂ ਕਰਦੀ। ਰਸਾਇਣਿਕ ਖਾਦ ਤਿਆਰ ਕਰਨ ਲਈ ਅਕਾਰਬਨਿਕ ਪਦਾਰਥ ਵਰਤੇ ਜਾਂਦੇ ਨੇ, ਜਿਵੇਂ ਕਿ ਆਪਾਂ ਐਲੋਪੈਥਿਕ ਡਰੱਗਸ ਅੰਗਰੇਜ਼ੀ ਦਵਾਈਆਂ ਲਈ ਵਰਤਦੇ ਹਾਂ। ਦੂਜੇ ਪਾਸੇ ਰੂੜੀ ਖਾਦ ਤਿਆਰ ਕਰਨ ਲਈ ਕਾਰਬਨਿਕ ਕਚਰਾ, ਕੂੜਾ, ਬੇਕਾਰ ਸਮਾਨ ਜਿਵੇਂ ਕਿ ਗੋਬਰ, ਪੱਤੇ, ਸਬਜ਼ੀਆਂ ਦੇ ਬੇਕਾਰ ਛਿਲਕੇ ਆਦਿ ਵਰਤੇ ਜਾਂਦੇ ਨੇ। ਰੇਹਾਂ ਖਾਦਾਂ ਦੀ ਗੱਲ ਕਰਦੇ ਹਾਂ ਅਸੀਂ ਸਿੰਚਾਈ ਦੀ। ਤਾਂ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਮਨੁੱਖ ਅਤੇ ਹੋਰ ਜੰਤੂਆਂ ਦੀ ਤਰ੍ਹਾਂ ਪੌਦਿਆਂ ਨੂੰ ਵੀ ਸਿੰਚਾਈ ਯਾਨੀ ਕਿ ਪਾਣੀ ਦੀ ਲੋੜ ਹੁੰਦੀ ਹੈ। ਪੌਦਿਆਂ ਨੂੰ, ਫਸਲਾਂ ਨੂੰ ਜਦੋਂ ਅਸੀਂ ਪਾਣੀ ਲਗਾਉਂਦੇ ਹਾਂ ਤਾਂ ਇਹ ਕਿਰਿਆ ਅਖਵਾਉਂਦੀ ਹੈ ਸਿੰਚਾਈ। ਫਸਲਾਂ ਦੀ ਸਿੰਚਾਈ ਮੌਸਮ ਅਤੇ ਫਸਲ ਦੇ ਉੱਤੇ ਨਿਰਭਰ ਕਰਦੀ ਹੈ। ਜਿਸ ਤਰ੍ਹਾਂ ਕਿ ਖੁਸ਼ਕ ਮੌਸਮ ਦੇ ਵਿੱਚ ਪਾਣੀ ਵਾਰ-ਵਾਰ ਅਤੇ ਜ਼ਿਆਦਾ ਦੇਣਾ ਪੈਂਦਾ, ਜਦ ਕਿ ਠੰਡੇ ਸਿੱਲੇ ਮੌਸਮ ਦੇ ਵਿੱਚ ਪਾਣੀ ਘੱਟ ਤੇ ਜ਼ਿਆਦਾ ਦੇਰ ਬਾਅਦ ਦੇਣਾ ਹੁੰਦਾ। ਇਸੇ ਤਰੀਕੇ ਨਾਲ ਫਸਲ ਦੀ ਕਿਸਮ, ਕੁਝ ਫਸਲਾਂ ਜਿਵੇਂ ਕਿ ਜੀਰੀ ਯਾਨੀ ਚੌਲ, ਇਹਨਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ, ਜਦ ਕਿ ਕੁਝ ਫਸਲਾਂ ਜਿਵੇਂ ਕਿ ਕਣਕ, ਜਵਾਰ, ਬਾਜਰਾ, ਇਹਨਾਂ ਨੂੰ ਪਾਣੀ ਦੀ ਯਾਨੀ ਕਿ ਸਿੰਚਾਈ ਦੀ ਲੋੜ ਘੱਟ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਕੀ ਆਪਾਂ ਅਗਲੀ ਗੱਲ ਕਰੀਏ ਕਿ ਸਿੰਚਾਈ ਦੇ ਕਿਹੜੇ-ਕਿਹੜੇ ਤਰੀਕੇ ਨੇ, ਕਿਹੜੇ-ਕਿਹੜੇ ਤਰੀਕਿਆਂ ਨਾਲ, ਢੰਗਾਂ ਨਾਲ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ। ਫਸਲਾਂ ਨੂੰ ਪਾਣੀ ਦੇਣ ਦੇ ਲਈ ਸਿੰਚਾਈ ਦੇ ਲਈ ਜਿਹੜੇ ਢੰਗ ਨੇ ਉਹ ਨੇ ਖੂਹ, ਝੀਲਾਂ, ਦਰਿਆ, ਨਹਿਰਾਂ ਅਤੇ ਟਿਊਬਵੈੱਲ। ਖੂਹਾਂ ਦੇ ਵਿੱਚੋਂ ਵੀ ਪਾਣੀ ਫਸਲਾਂ ਨੂੰ ਦੇਣ ਦੇ ਲਈ ਅੱਗੇ ਅਲੱਗ-ਅਲੱਗ ਤਰੀਕੇ ਵਰਤੇ ਜਾਂਦੇ ਨੇ, ਇੱਦਾਂ ਹੀ ਝੀਲਾਂ, ਦਰਿਆ, ਨਹਿਰਾਂ ਤੇ ਟਿਊਬਵੈੱਲ ਦੇ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਜਿੱਥੇ ਤੁਹਾਡੇ ਵਿੱਚੋਂ ਬਹੁਤੇ ਵਿਦਿਆਰਥੀ ਰਹਿੰਦੇ ਨੇ, ਜਿਨ੍ਹਾਂ ਇਲਾਕਿਆਂ ਦੇ ਵਿੱਚ ਤੁਸੀਂ ਰਹਿੰਦੇ ਹੋ, ਉਹਨਾਂ ਦੇ ਵਿੱਚ ਨਹਿਰਾਂ ਜਾਂ ਟਿਊਬਵੈੱਲ ਹੀ ਫਸਲਾਂ ਨੂੰ ਪਾਣੀ ਦੇਣ ਦੇ ਲਈ ਵਰਤੇ ਜਾਂਦੇ ਨੇ। ਤੁਹਾਡੇ ਘਰਾਂ ਦੇ ਨੇੜੇ ਤੇੜੇ ਜਿੱਥੇ ਵੀ ਖੇਤ ਹੋਣਗੇ, ਤੁਸੀਂ ਜਿਹੜੇ ਟਿਊਬਵੈੱਲ ਦੇਖੇ ਹੋਣੇ ਜਾਂ ਸਬਮਰਸੀਬਲ ਮੋਟਰਾਂ ਤੁਸੀਂ ਗੱਲ ਕਰਦੇ ਹੋ, ਇਹ ਸਾਰੇ ਟਿਊਬਵੈੱਲ ਦੇ ਵਿੱਚ ਹੀ ਆਉਂਦੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਨਹਿਰੀ ਪਾਣੀ ਵੀ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮੋਗੇ, ਨਹਿਰਾਂ ਦੇ ਵਿੱਚ ਮੋਗੇ ਰੱਖੇ ਹੁੰਦੇ ਨੇ, ਵਾਰੀ ਸਿਰ ਉੱਥੋਂ ਪਾਣੀ ਲੈਂਦੇ ਨੇ ਕਿਸਾਨ ਤੇ ਆਪਣੇ ਖੇਤਾਂ ਨੂੰ ਲਾਉਂਦੇ ਨੇ। ਖੂਹ, ਝੀਲਾਂ, ਇਹ ਬਹੁਤ ਪੁਰਾਣੇ ਤਰੀਕੇ ਹੋ ਗਏ ਨੇ। ਪੰਜਾਬ ਦੇ ਵਿੱਚ ਇਹ ਤਰੀਕੇ, ਬਹੁਤੇ ਪੰਜਾਬ ਦੇ ਵਿੱਚ ਇਹ ਤਰੀਕੇ ਨਹੀਂ ਵਰਤੇ ਜਾਂਦੇ, ਪਰ ਕੁਝ ਇਲਾਕੇ ਜਿੱਥੇ ਪਾਣੀ ਅਜੇ ਉੱਚਾ ਹੈ ਉੱਥੇ ਖੂਹਾਂ ਦੇ ਰਾਹੀਂ ਮਿਲ ਜਾਂਦਾ। ਪਰ ਖੂਹਾਂ ਤੇ ਝੀਲਾਂ ਦੇ ਨਾਲ ਬਹੁਤ ਜ਼ਿਆਦਾ ਲੰਬੇ, ਵੱਡੇ ਚੌੜੇ ਇਲਾਕੇ ਦੇ ਵਿੱਚ ਪਾਣੀ ਨਹੀਂ ਲਗਾਇਆ ਜਾ ਸਕਦਾ, ਜਿਸ ਕਰਕੇ ਇਹ ਖੇਤੀਬਾੜੀ ਦੀ ਉન્નਤ ਤਕਨੀਕ ਦੇ ਲਈ ਨਹੀਂ ਸੁਟੇਬਲ ਹੈ। ਇਹਨਾਂ ਤਰੀਕਿਆਂ ਤੋਂ ਇਲਾਵਾ ਜਿਸ ਤਰ੍ਹਾਂ ਅਸੀਂ ਪੰਜਾਬ ਦੀ ਗੱਲ ਕਰੀਏ, ਇੱਥੇ ਪਾਣੀ ਬਹੁਤ ਜ਼ਿਆਦਾ ਹੇਠਾਂ ਚਲਿਆ ਗਿਆ, ਪਾਣੀ ਦਾ ਪੱਧਰ ਧਰਤੀ ਦੇ ਹੇਠਾਂ। ਕੁਝ ਆਧੁਨਿਕ ਤਕਨੀਕਾਂ ਵੀ ਅਪਣਾਈਆਂ ਜਾ ਰਹੀਆਂ ਨੇ ਤਾਂ ਜੋ ਫਸਲਾਂ ਦੀ ਸਿੰਚਾਈ ਵੀ ਹੁੰਦੀ ਰਹੇ ਤੇ ਪਾਣੀ ਦੀ ਬਚਤ ਵੀ ਨਾਲੋਂ ਨਾਲ ਹੁੰਦੀ ਰਹੇ। ਉਹਨਾਂ ਦੇ ਵਿੱਚੋਂ ਪਿਆਰੇ ਵਿਦਿਆਰਥੀਓ, ਇੱਕ ਤਰੀਕਾ ਹੈ ਫੁਹਾਰਾ ਪ੍ਰਣਾਲੀ ਜਾਂ ਸਪ੍ਰਿੰਕਲਰ ਸਿਸਟਮ। ਇਸ ਪ੍ਰਣਾਲੀ ਦੇ ਵਿੱਚ ਫਸਲਾਂ ਦੇ ਵਿੱਚ ਪਾਈਪਾਂ ਦਾ ਇੱਕ ਜਾਲ ਵਿਛਾ ਦਿੱਤਾ ਜਾਂਦਾ। ਪਾਈਪਾਂ ਦੇ ਉੱਤੇ ਕੁਝ ਦੂਰੀ ਦੇ ਉੱਤੇ ਫੁਹਾਰੇ ਜਿਹੇ ਲਗਾ ਦਿੱਤੇ ਜਾਂਦੇ ਨੇ, ਜਿਹੜੇ ਕਿ ਘੁੰਮਦੇ ਨੇ ਤੇ ਫਸਲਾਂ ਨੂੰ ਪਾਣੀ ਦਿੰਦੇ ਨੇ। ਪਿੱਛੋਂ ਹਾਈ ਪ੍ਰੈਸ਼ਰ ਦੇ ਉੱਤੇ ਮੋਟਰ ਦੇ ਨਾਲ ਪਾਣੀ ਭੇਜਿਆ ਜਾਂਦਾ ਪਾਈਪਾਂ ਦੇ ਵਿੱਚ, ਤੇ ਨੋਜ਼ਲਾਂ ਦੇ ਵਿੱਚੋਂ ਨਿਕਲ ਕੇ ਘੁੰਮਦੀਆਂ ਹੋਈਆਂ ਫੁਹਾਰੇ ਵਰਗੀਆਂ ਨੋਜ਼ਲਾਂ ਦੇ ਰਾਹੀਂ ਇਹ ਵੱਡੇ ਇਲਾਕੇ ਦੇ ਵਿੱਚ ਸਪਰੇਅ ਹੋ ਜਾਂਦਾ। ਕੌਫੀ ਦੇ ਬਾਗਾਂ, ਘਾਹ ਦੇ ਲੌਨਸ ਯਾਨੀ ਬਗੀਚਿਆਂ ਦੇ ਵਿੱਚ ਫੁਹਾਰਾ ਪ੍ਰਣਾਲੀ ਬਹੁਤ ਵਧੀਆ ਤਰੀਕੇ ਨਾਲ ਕੰਮ ਆਉਂਦੀ ਹੈ। ਇਸ ਫੁਹਾਰਾ ਪ੍ਰਣਾਲੀ ਦਾ ਲਾਭ ਇਹ ਹੈ ਕਿ ਇਸ ਨਾਲ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ, ਤੇ ਦੂਸਰਾ ਜਦੋਂ
ਵਰਖਾ ਯਾਨੀ ਮੀਂਹ ਦੇ ਪਾਣੀ ਦੀ ਤਰ੍ਹਾਂ ਸਿੰਚਾਈ ਦਾ ਇਹ ਪਾਣੀ ਪੌਦਿਆਂ ਦੇ ਉੱਪਰ ਡਿੱਗਦਾ ਤਾਂ ਉਹਨਾਂ ਦੇ ਪੱਤਿਆਂ ਉੱਪਰ ਡਿੱਗੀ ਹੋਈ ਧੂੜ ਧੋਈ ਜਾਂਦੀ ਹੈ, ਜਿਸ ਨਾਲ ਪੱਤੇ ਪ੍ਰਕਾਸ਼ ਸੰਸਲੇਸ਼ਨ ਵਗੈਰਾ ਪਹਿਲਾਂ ਨਾਲੋਂ ਬੈਟਰ ਕਰ ਪਾਉਂਦੇ ਨੇ। ਤੇ ਦੂਸਰਾ, ਪੱਤਿਆਂ ਦੇ ਉੱਤੇ ਮੀਂਹ ਦਾ ਪਾਣੀ ਦੇ ਰੂਪ ਦੇ ਵਿੱਚ ਸਿੰਚਾਈ ਦਾ ਇਹ ਪਾਣੀ ਬਰਸਣ ਦੇ ਨਾਲ ਪੱਤਿਆਂ ਦੇ ਉੱਤੋਂ ਬਿਮਾਰੀ ਦੇ ਜਰਾਸੀਮ, ਛੋਟੇ ਮੋਟੇ ਕੀਟ ਪਤੰਗੇ ਆਦਿ ਧੋਏ ਜਾਂਦੇ ਨੇ, ਜਿਸ ਨਾਲ ਪੌਦੇ ਵਧੀਆ ਰਹਿੰਦੇ ਨੇ। ਪਾਣੀ ਦੀ ਬਚਤ ਕਰਨ ਦਾ ਸਿੰਚਾਈ ਦਾ ਇੱਕ ਹੋਰ ਆਧੁਨਿਕ ਢੰਗ ਹੈ ਤੁਪਕਾ ਪ੍ਰਣਾਲੀ, ਯਾਨੀ ਕਿ ਡ੍ਰਿਪ ਸਿਸਟਮ। ਜਿਸ ਤਰ੍ਹਾਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਤਾਂ ਅਸੀਂ ਕਹਿੰਦੇ ਹਾਂ ਕਿ ਉਸਦੇ ਗਲੂਕੋਜ਼ ਲੱਗਿਆ ਹੋਇਆ, ਬੋਤਲ ਦੇ ਵਿੱਚ ਇੱਕ ਤਰਲ ਪਾਇਆ ਹੁੰਦਾ ਜਿਹੜਾ ਕਿ ਤੁਪਕਾ ਤੁਪਕਾ ਕਰਕੇ ਡਿੱਗਦਾ, ਉਸ ਨੂੰ ਅਸੀਂ ਕਹਿੰਦੇ ਡ੍ਰਿਪ ਲੱਗਿਆ ਹੋਇਆ। ਉਸਦੇ ਡ੍ਰਿਪ ਦੇ ਰਾਹੀਂ ਅਸੀਂ ਗਲੂਕੋਜ਼ ਕਹਿ ਦਿੰਦੇ ਹਾਂ, ਘੋਲ ਕੋਈ ਵੀ ਹੋਵੇ, ਤੁਪਕਾ ਤੁਪਕਾ ਕਰਕੇ ਡਿੱਗਦਾ ਤੇ ਉਹਦੇ ਖੂਨ ਦੀ ਨਾੜੀ ਦੇ ਵਿੱਚ ਜਾਈ ਜਾਂਦਾ। ਇਸੇ ਤਰੀਕੇ ਨਾਲ ਡ੍ਰਿਪ ਇਰੀਗੇਸ਼ਨ ਯਾਨੀ ਤੁਪਕਾ ਪ੍ਰਣਾਲੀ ਇੱਕ ਉਹ ਪ੍ਰਣਾਲੀ ਹੈ ਜਿਸ ਦੇ ਵਿੱਚ ਪੌਦਿਆਂ ਦੇ ਜੋ ਉਹ ਬਾਗ ਕਹਿ ਲਈਏ ਜਾਂ ਖੇਤ ਕਹਿ ਲਈਏ, ਉਸਦੇ ਵਿੱਚ ਪਾਈਪਾਂ ਦਾ ਇੱਕ ਜਾਲ ਵਿਛਾ ਦਿੱਤਾ ਜਾਂਦਾ ਤੇ ਹਰ ਇੱਕ ਪੌਦੇ ਦੀ ਜੜ੍ਹ ਦੇ ਵਿੱਚ ਪਾਈਪ ਦੁਆਰਾ ਪਾਣੀ ਟਿਪ ਟਿਪ ਕਰਕੇ ਡ੍ਰਿਪ ਕਰਕੇ ਤੁਪਕਿਆਂ ਦੇ ਰੂਪ ਦੇ ਵਿੱਚ ਡਿੱਗਦਾ। ਇਸ ਨਾਲ ਪਾਣੀ ਦੀ ਕਾਫੀ ਬਚਤ ਹੁੰਦੀ ਆ। ਕੁਝ ਬਾਗ ਜਿਸ ਤਰ੍ਹਾਂ ਕਿ ਅੰਗੂਰਾਂ ਦਾ, ਵੇਲਾਂ ਦਾ ਬਾਗ ਹੈ, ਇਹਦੇ ਵਿੱਚ ਇਹ ਤੁਪਕਾ ਪ੍ਰਣਾਲੀ ਕਾਫੀ ਜ਼ਿਆਦਾ ਵਰਤੀ ਜਾ ਸਕਦੀ ਹੈ। ਸਿੰਚਾਈ ਤੋਂ ਅਗਲਾ ਚਰਨ ਸਾਡਾ ਆ ਜਾਂਦਾ ਨਦੀਨਾਂ ਤੋਂ ਸੁਰੱਖਿਆ। ਜਦੋਂ ਮਿੱਟੀ ਨੂੰ ਪਾਣੀ ਲੱਗ ਜਾਂਦਾ, ਮਿੱਟੀ ਗਿੱਲੀ ਹੋ ਜਾਂਦੀ ਹੈ, ਤਾਂ ਫਸਲਾਂ ਦੇ ਨਾਲ ਨਾਲ ਕੁਝ ਬੇਲੋੜੇ ਪੌਦੇ ਵੀ ਮਿੱਟੀ ਦੇ ਵਿੱਚ ਉਗਾਉਂਦੇ ਨੇ। ਇਹ ਉਹ ਪੌਦੇ ਨੇ ਜਿਹੜੇ ਨਾ ਤਾਂ ਅਸੀਂ ਉਗਾਏ ਹੁੰਦੇ ਤੇ ਨਾ ਹੀ ਅਸੀਂ ਉਹਨਾਂ ਦੀ ਕੋਈ ਸਾਨੂੰ ਲੋੜ ਹੁੰਦੀ। ਇਹਨਾਂ ਨੂੰ ਨਦੀਨ ਕਹਿੰਦੇ ਨੇ। ਫਸਲਾਂ ਦੇ ਨਾਲ ਉੱਗੇ ਹੋਏ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਨੇ। ਇਹ ਨਦੀਨ ਪਾਣੀ, ਪੋਸ਼ਣ ਅਤੇ ਸੂਰਜ ਦੀ ਰੋਸ਼ਨੀ ਦੇ ਲਈ ਮੁੱਖ ਫਸਲ ਦੇ ਨਾਲ ਯਾਨੀ ਕਿ ਸਾਡੀ ਲੋੜੀਂਦੀ ਫਸਲ ਦੇ ਨਾਲ ਮੁਕਾਬਲਾ ਕਰਦੇ ਨੇ, ਜਿਸ ਨਾਲ ਫਸਲ ਦੇ ਝਾੜ ਦੇ ਉੱਤੇ ਮਾੜਾ ਅਸਰ ਪੈਂਦਾ। ਫਸਲ ਪੂਰਾ ਝਾੜ ਦੇਵੇ, ਫਸਲ ਦੇ ਪੌਦੇ ਵਧੀਆ ਹੋਣ, ਇਸ ਦੇ ਲਈ ਸਾਨੂੰ ਨਦੀਨਾਂ ਨੂੰ ਕੱਢਣਾ ਪੈਂਦਾ। ਤੇ ਨਦੀਨਾਂ ਨੂੰ ਕੱਢਣ ਦੇ ਵੀ ਕਈ ਅਲੱਗ-ਅਲੱਗ ਢੰਗ ਨੇ। ਪਿਆਰੇ ਵਿਦਿਆਰਥੀਓ, ਜੇਕਰ ਅਜੇ ਅਸੀਂ ਫਸਲ ਨਹੀਂ ਬੀਜੀ, ਖੇਤ ਖਾਲੀ ਪਿਆ ਸੀ, ਤਾਂ ਅਸੀਂ ਹਲ ਚਲਾ ਕੇ ਨਦੀਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਸਟੈਪ ਗਿਣਿਆ ਸੀ ਹਲ ਚਲਾਉਣਾ, ਤਾਂ ਹਲ ਚਲਾਉਣ ਨਾਲ ਮਿੱਟੀ ਪੋਲੀ ਵੀ ਹੋ ਜਾਂਦੀ ਹੈ, ਹਵਾਦਾਰ ਵੀ ਹੋ ਜਾਂਦੀ ਹੈ ਤੇ ਨਦੀਨ ਵੀ ਪੁੱਟੇ ਜਾਂਦੇ ਨੇ। ਪੁੱਟਣ ਤੋਂ ਬਾਅਦ ਇਹ ਸੁੱਕ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਂਦੇ ਨੇ। ਦੂਸਰਾ ਹੈ, ਜੇਕਰ ਤੁਸੀਂ ਫਸਲ ਬੀਜ ਚੁੱਕੇ ਹੋ, ਉੱਗੀ ਹੋਈ ਫਸਲ ਦੇ ਵਿੱਚ ਨਦੀਨ ਉਗਾਉਂਦੇ ਨੇ ਬੀਜੀ ਹੋਈ ਫਸਲ ਦੇ ਵਿੱਚ, ਤਾਂ ਅਸੀਂ ਇੱਕ ਤਰੀਕਾ ਹੈ ਹੱਥ ਨਾਲ ਗੁਡਾਈ ਕਰਨਾ। ਗੁਡਾਈ ਕਰਕੇ ਅਸੀਂ ਨਦੀਨਾਂ ਨੂੰ ਕੱਢ ਦਿੰਦੇ ਹਾਂ। ਖੁਰਪਾ ਜਾਂ ਖੁਰਪੀ ਲੈ ਕੇ ਵਿਅਕਤੀ ਇੱਕ ਇੱਕ ਕਰਕੇ ਖੇਤ ਦੇ ਵਿੱਚ ਬੈਠ ਜਾਂਦੇ ਨੇ ਜਾਂ ਝੁੱਕ ਕੇ ਉਹ ਫਸਲ ਦੀ ਗੁਡਾਈ ਕਰੀ ਜਾਂਦੇ ਨੇ। ਇਸ ਦੇ ਵਿੱਚੋਂ ਕੀ ਕਰਦੇ ਨੇ, ਮਿੱਟੀ ਨੂੰ ਗੁੱਡਦੇ ਨੇ। ਮਿੱਟੀ ਪੋਲੀ ਹੋ ਜਾਂਦੀ ਆ, ਪੋਲੀ ਹੋਣ ਨਾਲ ਉਹ ਹਵਾਦਾਰ ਵੀ ਹੋ ਜਾਂਦੀ ਹੈ ਤੇ ਪੋਲੀ ਮਿੱਟੀ ਦੇ ਵਿੱਚੋਂ ਨਦੀਨ ਕੱਢ ਕੇ ਸੁੱਟੀ ਜਾਂਦੇ ਨੇ। ਇਸੇ ਤਰੀਕੇ ਨਾਲ ਇੱਕ ਹੈਗਾ ਹੱਥ ਨਾਲ ਪੁੱਟਣਾ। ਜੇ ਅਸੀਂ ਖੁਰਪਾ ਜਾਂ ਖੁਰਪੀ ਦੀ ਵਰਤੋਂ ਨਾ ਕਰੀਏ ਤਾਂ ਫਸਲਾਂ ਦੇ ਵਿੱਚ ਉੱਗੇ ਹੋਏ ਨਦੀਨਾਂ ਨੂੰ ਚੁਣ ਕੇ ਅਸੀਂ ਹੱਥਾਂ ਦੇ ਨਾਲ ਵੀ ਪੁੱਟ ਸਕਦੇ ਹਾਂ। ਤੇ ਤੁਹਾਨੂੰ ਇਹ ਦੱਸ ਦਈਏ ਕਿ ਖੁਰਪੇ ਦੇ ਨਾਲ ਗੁਡਾਈ ਕਰਨੀ ਹੋਵੇ ਜਾਂ ਨਦੀਨਾਂ ਨੂੰ ਹੱਥਾਂ ਨਾਲ ਪੁੱਟ ਕੇ ਬਾਹਰ ਕੱਢਣਾ ਹੋਵੇ, ਇਹ ਕੰਮ ਹੌਲਾ ਹੁੰਦਾ, ਹੌਲੀ ਚੱਲਦਾ, ਥੋੜ੍ਹੀ ਦੇਰ ਦੇ ਵਿੱਚ ਬਹੁਤਾ ਕੰਮ ਨਹੀਂ ਹੋ ਸਕਦਾ। ਜਿਸ ਕਰਕੇ ਜੇ ਥੋੜ੍ਹੇ ਇਲਾਕੇ ਦੇ ਵਿੱਚ, ਛੋਟੇ ਖੇਤਾਂ ਦੇ ਵਿੱਚ ਕੰਮ ਕਰਨਾ ਹੋਵੇ ਤਾਂ ਇਹ ਤਰੀਕੇ ਉਦੋਂ ਵਧੀਆ ਰਹਿੰਦੇ ਨੇ। ਪਰ ਜੇ ਵੱਡੇ ਖੇਤਾਂ ਦੇ ਵਿੱਚ ਕਰਨਾ ਹੋਵੇ ਤਾਂ ਹੱਥਾਂ ਦੀ ਗੁਡਾਈ ਜਾਂ ਹੱਥਾਂ ਨਾਲ ਪੁੱਟ ਕੇ ਨਦੀਨਾਂ ਨੂੰ ਕੱਢਣਾ ਬਹੁਤਾ ਵਧੀਆ ਨਹੀਂ ਰਹਿੰਦਾ। ਅਜਿਹੀਆਂ ਹਾਲਤਾਂ ਦੇ ਵਿੱਚ ਆਮ ਤੌਰ 'ਤੇ ਨਦੀਨ ਨਾਸ਼ਕ ਜ਼ਹਿਰਾਂ ਜਾਂ ਸਪਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਚੌਥਾ ਤਰੀਕਾ ਹੈ ਨਦੀਨਾਂ ਤੋਂ ਛੁਟਕਾਰਾ ਪਾਉਣ ਦਾ, ਨਦੀਨ ਨਾਸ਼ਕ ਰਸਾਇਣਾਂ ਦਾ ਸਪਰੇਅ ਕਰਨਾ। ਕੁਝ ਨਦੀਨ ਨਾਸ਼ਕ ਕੈਮੀਕਲਸ ਨੇ, ਜਿਸ ਤਰ੍ਹਾਂ 2,4-D ਹੈ, ਇਹਨਾਂ ਨੂੰ ਜਦੋਂ ਫਸਲਾਂ ਦੇ ਵਿੱਚ ਛਿੜਕਿਆ ਜਾਂਦਾ ਤਾਂ ਇਹ ਫਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਨੁਕਸਾਨ ਦਾ ਮਤਲਬ ਉਹਨੂੰ ਸਾੜਦੇ ਨਹੀਂ, ਪਰ ਨਦੀਨਾਂ ਦੇ ਪੌਦਿਆਂ ਨੂੰ ਚੁਣ ਕੇ ਸਾੜ ਦਿੰਦੇ ਨੇ ਤੇ ਨਦੀਨ ਖਤਮ ਹੋ ਜਾਂਦੇ ਨੇ, ਜਿਸ ਨਾਲ ਫਸਲ ਪੂਰੀ ਹੁੰਦੀ ਹੈ। ਪਰ ਤੁਸੀਂ ਪਹਿਲਾਂ ਵੀ ਜਾਣਦੇ ਹੋਵੋਗੇ, ਤੁਹਾਨੂੰ ਯਾਦ ਵੀ ਕਰਵਾ ਦਈਏ ਕਿ ਨਦੀਨ ਨਾਸ਼ਕ ਇਹ ਵਾਲੇ ਰਸਾਇਣ ਪਦਾਰਥਾਂ ਦਾ ਸਪਰੇਅ ਕਰਨਾ ਵਾਤਾਵਰਣ ਪੱਖੋਂ, ਮਨੁੱਖ ਦੀ ਸਿਹਤ ਪੱਖੋਂ, ਮਿੱਟੀ ਦੀ ਸਿਹਤ ਪੱਖੋਂ ਰਿਕਮੈਂਡਡ ਨਹੀਂ ਹੈ, ਵਧੀਆ ਨਹੀਂ ਹੈ, ਪਰ ਅਸੀਂ ਕਰ ਰਹੇ ਹਾਂ ਸਪਰੇਅ। ਇਹ ਵਾਲੇ ਰਸਾਇਣਿਕ ਪਦਾਰਥ ਮਿੱਟੀ ਦੀ ਸਿਹਤ 'ਤੇ ਮਾੜਾ ਅਸਰ ਪਾਉਂਦੇ ਨੇ, ਪਾਣੀ ਦੇ ਵਿੱਚ ਮਿਲ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਨੇ
ਭੋਜਨ ਚੇਨ ਦੇ ਵਿੱਚ, ਭੋਜਨ ਲੜੀ ਦੇ ਵਿੱਚ ਦਾਖਲ ਹੋ ਕੇ ਮਨੁੱਖ ਦੀ ਸਿਹਤ 'ਤੇ ਵੀ ਮਾੜਾ ਅਸਰ ਪਾ ਰਹੇ ਨੇ। ਜਦੋਂ ਫਸਲ ਵੱਡੀ ਹੋ ਜਾਂਦੀ ਹੈ, ਪੱਕ ਜਾਂਦੀ ਹੈ, ਤਾਂ ਅਗਲਾ ਚਰਨ ਆ ਜਾਂਦਾ ਫਸਲ ਦੀ ਵਾਢੀ, ਜਿਸ ਨੂੰ ਅਸੀਂ ਹਾਰਵੈਸਟਿੰਗ ਕਹਿੰਦੇ ਹਾਂ। ਜਿਸ ਤਰ੍ਹਾਂ ਅਸੀਂ ਗੁਡਾਈ ਜਾਂ ਹੱਥ ਨਾਲ ਨਦੀਨ ਪੁੱਟਣ ਦੀ ਗੱਲ ਕਰੀ ਸੀ ਛੋਟੇ ਇਲਾਕਿਆਂ ਦੇ ਵਿੱਚ, ਛੋਟੇ ਖੇਤਾਂ ਦੇ ਵਿੱਚ। ਜੇਕਰ ਸਾਡੇ ਕੋਲ ਖੇਤ ਛੋਟੇ ਨੇ ਤਾਂ ਅਸੀਂ ਫਸਲ ਦੀ ਕਟਾਈ ਹੱਥਾਂ ਨਾਲ ਕਰ ਸਕਦੇ ਹਾਂ। ਦਾਤੀ ਲਾਣ ਲੈ ਕੇ ਅਸੀਂ ਫਸਲਾਂ ਨੂੰ, ਉਹਨਾਂ ਦੇ ਤਣਿਆਂ ਨੂੰ ਧਰਤੀ ਕੋਲੋਂ ਕੱਟਦੇ ਹਾਂ, ਜਿਸ ਨੂੰ ਅਸੀਂ ਫਸਲ ਦੀ ਕਟਾਈ ਕਰਨਾ ਕਹਿੰਦੇ ਹਾਂ। ਪਰ ਜੇ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਕੰਮ ਕਰਨਾ ਚਾਹੀਏ ਜਾਂ ਖੇਤ ਜ਼ਿਆਦਾ ਵੱਡੇ ਹੋਣ ਤਾਂ ਕਟਾਈ ਦਾ ਇਹ ਕੰਮ ਅਸੀਂ ਮਸ਼ੀਨਾਂ ਨਾਲ ਵੀ ਕਰ ਸਕਦੇ ਹਾਂ। ਜਦੋਂ ਫਸਲ ਕੱਟੀ ਜਾਂਦੀ ਹੈ, ਅਸੀਂ ਉਹਦੇ ਤਣੇ ਨੂੰ ਦਾਤੀ ਵਗੈਰਾ ਦੇ ਨਾਲ ਜਾਂ ਕਿਸੇ ਮਸ਼ੀਨ ਨਾਲ ਧਰਤੀ ਦੇ ਨੇੜਿਓਂ ਕੱਟ ਲਿਆ ਤਾਂ ਅਗਲਾ ਸਟੈਪ ਆ ਜਾਂਦਾ ਗਹਾਈ ਦਾ, ਜਿਸ ਨੂੰ ਅਸੀਂ ਥ੍ਰੈਸ਼ਿੰਗ ਵੀ ਕਹਿ ਦਿੰਦੇ ਹਾਂ। ਇਸ ਦੇ ਵਿੱਚ ਕੀ ਕੀਤਾ ਜਾਂਦਾ, ਫਸਲਾਂ ਦੇ ਤਣਿਆਂ ਦੇ ਵਿੱਚੋਂ ਦਾਣਿਆਂ ਨੂੰ ਵੱਖਰਾ ਕੀਤਾ ਜਾਂਦਾ। ਤਾਂ ਵਾਢੀ ਦੇ ਵਿੱਚ ਦੋ ਸਟੈਪ ਆ ਗਏ। ਪਹਿਲਾ ਹੈ ਕਟਾਈ ਦਾ, ਜਿਸ ਦੇ ਵਿੱਚ ਫਸਲ ਨੂੰ ਕੱਟਿਆ ਜਾਂਦਾ। ਦੂਜਾ ਆ ਗਿਆ ਗਹਾਈ ਦਾ, ਯਾਨੀ ਕਿ ਥ੍ਰੈਸ਼ਿੰਗ ਦਾ, ਜਿਸ ਦੇ ਵਿੱਚ ਦਾਣੇ ਕੱਢੇ ਜਾਂਦੇ ਨੇ। ਪਰ ਅੱਜ ਕੱਲ੍ਹ ਅਤੇ ਗਹਾਈ ਦਾ ਇਹ ਕੰਮ ਆਮ ਤੌਰ 'ਤੇ ਇੱਕ ਨਵੀਂ ਮਸ਼ੀਨ ਦੇ ਨਾਲ, ਇੱਕ ਵੱਡੀ ਮਸ਼ੀਨ ਦੇ ਨਾਲ ਵੀ ਕੀਤਾ ਜਾਂਦਾ ਇਕੱਠਿਆਂ, ਜਿਸ ਨੂੰ ਕਹਿੰਦੇ ਨੇ ਕੰਬਾਈਨ ਹਾਰਵੈਸਟਰ। ਕੰਬਾਈਨ ਹਾਰਵੈਸਟਰ ਇਹ ਦੋਏ ਕੰਮਾਂ ਨੂੰ ਕੰਬਾਈਨ ਕਰ ਦਿੰਦੀ ਹੈ, ਯਾਨੀ ਕਿ ਇਕੱਠਾ ਕਰ ਦਿੰਦੀ ਹੈ, ਕਟਾਈ ਨੂੰ ਵੀ ਤੇ ਗਹਾਈ ਨੂੰ। ਇਹ ਕੰਬਾਈਨ ਹਾਰਵੈਸਟਰ ਉਹ ਮਸ਼ੀਨ ਹੈ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਲੋਕੀ ਕਈ ਵਾਰੀ ਕੰਬਾਈਨ, ਕੰਪੈਨ ਜਾਂ ਕਪੈਨ ਵੀ ਕਹਿ ਦਿੰਦੇ ਨੇ। ਇਹ ਕੰਬਾਈਨ ਹਾਰਵੈਸਟਰ ਹੁੰਦੀ ਹੈ ਜਿਹੜੀ ਕਿ ਦੋਏ ਕੰਮਾਂ ਨੂੰ ਕੰਬਾਈਨ ਕਰ ਦਿੰਦੀ ਹੈ, ਇਕੱਠਾ ਕਰ ਦਿੰਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਜਦੋਂ ਸਾਡੇ ਕੋਲੇ ਥ੍ਰੈਸ਼ਿੰਗ ਜਾਂ ਕੰਬਾਈਨ ਨਾਲ ਕਟਾਈ ਕਰਨ ਤੋਂ ਬਾਅਦ ਜੋ ਦਾਣੇ ਆ ਜਾਂਦੇ ਨੇ ਤਾਂ ਅਗਲਾ ਚਰਨ, ਜੋ ਕਿ ਖੇਤੀ ਪੱਧਤੀ ਦਾ ਆਖਰੀ ਚਰਨ ਅਖਵਾਉਂਦਾ, ਉਹ ਹੈ ਭੰਡਾਰਨ ਜਾਂ ਸਟੋਰੇਜ। ਤੁਹਾਨੂੰ ਦੱਸ ਦਈਏ ਕਿ ਦਾਣਿਆਂ ਨੂੰ ਭੰਡਾਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਸੁਕਾ ਕੇ ਇਹਨਾਂ ਦੇ ਵਿੱਚ ਨਮੀ 14% ਤੋਂ ਘੱਟ ਕਰਨਾ ਜ਼ਰੂਰੀ ਹੁੰਦਾ। ਜੇਕਰ ਇਹਨਾਂ ਦੇ ਵਿੱਚ ਨਮੀ ਜ਼ਿਆਦਾ ਹੋਏਗੀ ਤਾਂ ਪਏ ਪਏ ਦਾਣੇ ਖਰਾਬ ਹੋ ਜਾਂਦੇ ਨੇ। ਸਹੀ ਤਰੀਕੇ ਨਾਲ ਸੁਕਾ ਕੇ ਇਹਨਾਂ ਦੀ ਨਮੀ ਨੂੰ ਇੱਕ ਸਹੀ ਲੈਵਲ ਤੱਕ ਲਿਆ ਕੇ ਅਸੀਂ ਇਹਨਾਂ ਨੂੰ ਸਟੋਰ ਕਰਦੇ ਹਾਂ। ਸਟੋਰ ਕਰਨ ਦੇ ਤਰੀਕੇ ਵੀ ਭਿੰਨ-ਭਿੰਨ ਹੋ ਸਕਦੇ ਨੇ। ਜੇਕਰ ਘਰਾਂ ਦੇ ਵਿੱਚ ਅਸੀਂ ਆਪਣੀ ਵਰਤੋਂ ਲਈ ਰੱਖਦੇ ਹਾਂ ਤਾਂ ਬਹੁਤ ਵਾਰੀ ਅਸੀਂ ਇਹਨਾਂ ਨੂੰ ਲੋਹੇ ਦੀਆਂ ਚਾਦਰਾਂ, ਜਿਹੜੀਆਂ ਕਿ ਜ਼ਿੰਕ ਕੋਟਡ ਹੁੰਦੀਆਂ ਨੇ, ਉਹਨਾਂ ਦੇ ਡਰਮਾਂ ਦੇ ਵਿੱਚ ਪਾ ਕੇ ਸਟੋਰ ਕਰ ਲੈਂਦੇ ਹਾਂ। ਜੇਕਰ ਜ਼ਿਆਦਾ ਅਨਾਜ ਸਟੋਰ ਕਰਨਾ ਹੋਵੇ ਤਾਂ ਤੁਸੀਂ ਆਪਣੇ ਆਸੇ-ਪਾਸੇ ਕਈ ਗੋਦਾਮ ਦੇਖੇ ਹੋਣੇ ਆ, ਜਿਨ੍ਹਾਂ ਦੇ ਵਿੱਚ ਬੋਰੀਆਂ ਦੇ ਵਿੱਚ ਪਾ ਕੇ ਵੱਡੇ ਵੱਡੇ ਢੇਰ ਲਗਾ ਕੇ ਅਨਾਜ ਨੂੰ ਸਟੋਰ ਕੀਤਾ ਜਾਂਦਾ, ਜਿਨ੍ਹਾਂ ਨੂੰ ਗ੍ਰੇਨਰੀਜ਼ ਵੀ ਕਹਿ ਦਿੰਦੇ ਹਾਂ ਅਸੀਂ, ਅਨਾਜ ਦੇ ਗੋਦਾਮ ਜਾਂ ਗ੍ਰੇਨਰੀਜ਼। ਇੱਕ ਮਾਡਰਨ ਯਾਨੀ ਕਿ ਆਧੁਨਿਕ ਤਕਨੀਕ ਯਾਨੀ ਤਰੀਕਾ ਆਇਆ ਹੈ ਸਾਈਲੋਜ਼। ਇਹ ਬਹੁਤ ਵੱਡੇ ਵੱਡੇ ਜਿੱਦਾਂ ਡਰਮ ਹੋਣ, ਫੈਕਟਰੀਆਂ ਵਰਗੇ ਪ੍ਰੋਜੈਕਟ ਹੁੰਦੇ ਨੇ ਵੱਡੇ ਵੱਡੇ ਬਣੇ ਹੋਏ, ਤੇ ਉਹਨਾਂ ਦੇ ਵਿੱਚ ਅਨਾਜ ਨੂੰ ਸਟੋਰ ਕੀਤਾ ਜਾਂਦਾ। ਤੇ ਲੋੜ ਪੈਣ 'ਤੇ ਚਾਹੇ ਡਰਮ ਨੇ, ਚਾਹੇ ਗੋਦਾਮ ਨੇ ਜਾਂ ਸਾਈਲੋਜ਼ ਨੇ, ਇਹਨਾਂ ਦੇ ਵਿੱਚੋਂ ਅਨਾਜ ਨੂੰ ਕੱਢ ਕੇ ਵਰਤ ਵੀ ਲਿਆ ਜਾਂਦਾ। ਪਿਆਰੇ ਵਿਦਿਆਰਥੀਓ, ਇਹ ਤਾਂ ਸੀ ਪੌਦਿਆਂ ਤੋਂ, ਫਸਲਾਂ ਤੋਂ ਅਸੀਂ ਕਿਸ ਤਰ੍ਹਾਂ ਉਤਪਾਦ ਲੈਣਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪੌਦਿਆਂ ਤੋਂ ਇਲਾਵਾ ਜੰਤੂਆਂ ਤੋਂ ਵੀ ਮਨੁੱਖ ਨੂੰ ਭੋਜਨ ਜਾਂ ਹੋਰ ਲਾਭਦਾਇਕ ਸਮੱਗਰੀਆਂ ਮਿਲਦੀਆਂ ਨੇ, ਜਿਸ ਤਰ੍ਹਾਂ ਕਿ ਸਾਨੂੰ ਫਸਲਾਂ ਤੋਂ ਮਿਲਦੀਆਂ ਨੇ। ਜੰਤੂਆਂ ਤੋਂ ਪ੍ਰਾਪਤ ਹੋਣ ਵਾਲੀਆਂ ਕੁਝ ਸਮੱਗਰੀਆਂ ਨੇ ਦੁੱਧ, ਅੰਡੇ, ਮੀਟ, ਚਮੜਾ, ਤੇਲ ਆਦਿ। ਤਾਂ ਇਹ ਤਾਂ ਸੀ ਅੱਜ ਦਾ ਸਾਡਾ ਪਾਠ। ਇਸ ਦੇ ਬਾਰੇ ਦੇ ਵਿੱਚ ਤੁਹਾਡੀ ਕੋਈ ਰਾਏ ਹੋਵੇ, ਅਸੀਂ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗੇ। ਹੁਣ ਤੁਹਾਡੇ ਲਈ ਕੁਝ ਪ੍ਰਸ਼ਨ। ਪਹਿਲਾ ਪ੍ਰਸ਼ਨ ਇਹ ਹੈ ਕਿ ਦੇਸੀ ਖਾਦ ਦੇ ਆਪਣੇ ਫਾਇਦੇ ਨੇ, ਰਸਾਇਣਿਕ ਖਾਦ ਦੇ ਆਪਣੇ ਫਾਇਦੇ ਨੇ, ਤੇ ਦੋਹਾਂ ਦੇ ਆਪੋ ਆਪਣੇ ਘਾਟਾਂ ਨੇ ਜਾਂ ਅਸੀਂ ਨੁਕਸਾਨ ਕਹਿ ਲਈਏ। ਤਾਂ ਸਾਨੂੰ ਖੇਤਾਂ ਦੇ ਵਿੱਚ ਕੀ ਪਾਉਣਾ ਚਾਹੀਦਾ? ਦੇਸੀ ਖਾਦ, ਰਸਾਇਣਿਕ ਖਾਦ ਜਾਂ ਦੋਵਾਂ ਦਾ ਮੇਲ? ਦੂਜਾ ਪ੍ਰਸ਼ਨ, ਖੇਤਾਂ ਦੇ ਵਿੱਚ ਰਸਾਇਣਿਕ ਨਦੀਨ ਨਾਸ਼ਕ ਛਿੜਕਣ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ। ਕੀ ਸਾਨੂੰ ਇਹ ਛਿੜਕਣੇ ਚਾਹੀਦੇ ਨੇ ਜਾਂ ਨਹੀਂ? ਤੀਜਾ ਪ੍ਰਸ਼ਨ ਹੈ, ਖੇਤਾਂ ਦੇ ਵਿੱਚੋਂ ਨਦੀਨ ਕੱਢਣ ਦੇ ਲਈ ਜੇਕਰ ਮੈਂ ਗੁਡਾਈ ਜਾਂ ਹੱਥ ਨਾਲ ਪੁੱਟਣਾ ਵਾਲੀ ਵਿਧੀ ਵਰਤਣੀ ਹੋਵੇ ਤਾਂ ਖੇਤ ਕਿੱਡੇ ਕੁ ਹੋਣਗੇ? ਕੀ ਉਹ ਖੇਤ ਛੋਟੇ ਹੋਣਗੇ ਜਾਂ ਬਹੁਤ ਵੱਡੇ ਹੋਣਗੇ ਜਿੱਥੇ ਮੈਂ ਹੱਥ ਨਾਲ ਗੁਡਾਈ ਜਾਂ ਹੱਥ ਨਾਲ ਪੁੱਟਣਾ ਵਾਲੀ ਵਿਧੀ ਵਰਤ ਸਕਾਂ? ਪਿਆਰੇ ਵਿਦਿਆਰਥੀਓ,
ਤੁਹਾਡੇ ਲਈ ਅਗਲਾ ਅਤੇ ਆਖਰੀ ਪ੍ਰਸ਼ਨ, ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾ ਰਹੇ ਹਾਂ ਜਿਸ ਦੇ ਵਿੱਚ ਦਿਖਾਈ ਗਈ ਗਤੀਵਿਧੀ ਪੰਜਾਬ ਦੇ ਵਿੱਚ ਕਿਸਾਨ ਆਮ ਤੌਰ 'ਤੇ ਕਰਦੇ ਨੇ ਹਰ ਵਾਰ ਹਾਰਵੈਸਟਿੰਗ ਸੀਜ਼ਨ ਤੋਂ ਬਾਅਦ। ਤਾਂ ਤੁਹਾਡੇ ਲਈ ਸਵਾਲ ਹੈ ਕਿ ਇਸ ਵੀਡੀਓ ਕਲਿੱਪ ਦੇ ਵਿੱਚ ਕਿਸਾਨ ਕੀ ਚੀਜ਼ ਤਿਆਰ ਕਰ ਰਿਹਾ ਹੈ। ਸਵਾਲ ਇੱਕ ਵਾਰ ਫਿਰ ਤੋਂ, ਇਸ ਵੀਡੀਓ ਕਲਿੱਪ ਦੇ ਵਿੱਚ ਕਿਸਾਨ ਕੀ ਚੀਜ਼ ਤਿਆਰ ਕਰ ਰਿਹਾ ਹੈ। ਸਾਨੂੰ ਇਹਨਾਂ ਪ੍ਰਸ਼ਨਾਂ ਦੇ ਜਵਾਬਾਂ ਦਾ ਅਤੇ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ।